ਅੱਜ ਜਿਹੜੀ ਕੋਵਿਡ-19 ਵਾਸਤੇ ਸਪੈਸ਼ਲ ਪਾਰਲੀਮੈਂਟਰੀ ਕਮੇਟੀ ਆ, ਉਹਦੀ ਹਾਂਜੀ, ਮੀਟਿੰਗ ਹੋਣੀ ਆ, ਹਾਂਜੀ, ਪਰ ਉੱਥੇ ਪ੍ਰਧਾਨ ਮੰਤਰੀ ਨੇ ਨਹੀਂ ਆਉਣਾ। ਪ੍ਰਧਾਨ ਹਾਂਜੀ, ਮੰਤਰੀ ਛੁੱਟੀ ਮਨਾ ਰਹੇ ਨੇ, ਕਹਿੰਦੇ ਮੈਂ ਨਹੀਂ ਹਾਂਜੀ। ਆਉਂਦਾ। ਅੱਛਾ ਏਦਾਂ ਕਿਹਾ ਉਹਨਾਂ ਨੇ? ਨਹੀਂ ਕਿਹਾ ਨਹੀਂ। ਉਹ ਵਕੇਸ਼ਨ 'ਤੇ ਨੇ ਹਾਂ। ਅਤੇ ਉਹਨਾਂ ਦੀ ਜੇ ਤੁਸੀਂ ਆਈਟਨਰੀ ਜਾ ਕੇ ਚੈੱਕ ਕਰੋ, ਉੱਥੇ ਲਿਖਿਆ ਪਰਸਨਲ। ਹੂੰ। ਅਤੇ ਉਹ ਕੱਲ੍ਹ ਵੀ ਪਰਸਨਲ ਸੀ ਉਹਨਾਂ ਦੀ ਸਾਰੀ ਜਿਹੜੀ ਇੰਗੇਜਮੈਂਟ ਅਤੇ ਵੀਕਐਂਡ 'ਤੇ ਵੀ। ਜੀ, ਸੋ ਉਹ ਕਹਿੰਦੇ ਕਿ ਆਪਣੇ ਉੱਥੇ ਫੈਮਿਲੀ ਦੇ ਨਾਲ ਉਹ ਛੁੱਟੀ ਮਨਾ ਰਹੇ ਨੇ। ਜੀ। ਤੇ ਅੱਛਾ, ਹੈਰਿੰਗਟਨ ਲੇਕ ਵਾਲਾ ਜਿਹੜਾ ਉਹਨਾਂ ਦਾ ਰਿਟਰੀਟ ਹੈ, ਕਿਊਬੈਕ ਉੱਥੇ ਦੇ ਵਿੱਚ ਹਾਂ, ਨਾ? ਹਾਂ, ਉੱਥੇ ਗਏ ਹੋਏ ਕਹਿੰਦੇ। ਹੂੰ। ਅੱਛਾ, ਹੁਣ ਅੱਜ ਪਾਰਲੀਮੈਂਟ ਦੀ ਇਸ ਸਪੈਸ਼ਲ ਸਿਟਿੰਗ ਦੇ ਵਿੱਚ ਭਾਵੇਂ ਟਰੂਡੋ ਨਹੀਂ ਹੋਣਗੇ, ਪਰ ਹੂੰ, ਐਂਡਰਿਊ ਸ਼ੀਅਰ ਹੋਣਗੇ, ਹੂੰ, ਜਿਹੜੇ ਕਿ ਇਸ ਵੇਲੇ ਕੇਅਰ ਟੇਕਿੰਗ ਲੀਡਰ ਹੀ ਨੇ ਬੜੇ ਲੰਬੇ ਹੂੰ, ਸਮੇਂ ਤੋਂ ਓਫੀਸ਼ੀਅਲ ਆਪੋਜੀਸ਼ਨ ਦੇ, ਕੰਜ਼ਰਵੇਟਿਵਸ ਦੇ, ਕਿਉਂਕਿ ਨਵੇਂ ਲੀਡਰ ਦੀ ਚੋਣ ਦਾ ਕੰਮ ਜਾਰੀ ਆ। ਕੇਅਰ ਟੇਕ ਕੇ ਥੱਕ ਗਏ ਹੁਣ। ਥੱਕ ਗਏ, ਪਰ ਵੈਸੇ ਇੱਕ ਗੱਲ ਆ ਵਾਸੂ, ਕੇਅਰ ਟੇਕ ਕੇਅਰ ਟੇਕ ਕੇ ਪਰ ਇੱਕ ਗੱਲ ਇਹ ਆ ਹਾਂਜੀ, ਕਿ ਇਸ ਪੈਂਡੈਮਿਕ ਦੌਰਾਨ ਜਾਂ ਜਿਹੜਾ ਇਹ ਸਮਾਂ ਸੀ ਨਾ, ਹਾਂਜੀ। ਭਾਵੇਂ ਐਂਡਰਿਊ ਸ਼ੀਅਰ ਕੇਅਰ ਟੇਕਿੰਗ ਲੀਡਰ ਹੀ ਸੀਗੇ, ਕੇਅਰ ਟੇਕਰ ਵਜੋਂ ਹੀ ਕੰਮ ਕਰ ਰਹੇ ਸੀ, ਪਰ ਫਿਰ ਵੀ ਯਾਰ ਕੰਮ ਮਾੜਾ ਨਹੀਂ ਕੀਤਾ ਉਹਨਾਂ ਨੇ। ਨਹੀਂ ਤਾਂ ਬੰਦਾ ਕਈ ਵਾਰ ਕਹਿੰਦਾ ਵੀ ਛੱਡ ਪਰੇ, ਮੈਨੂੰ ਕੀ ਹੈ ਨਾ, ਹੁਣ ਮੈਨੂੰ ਤਾਂ ਇਹਨਾਂ ਨੇ ਬਾਹਰ ਦਾ ਰਸਤਾ ਆਲਰੇਡੀ ਦਿਖਾ ਦਿੱਤਾ ਹੋਇਆ। ਅਤੇ ਉਹਨਾਂ ਨੇ ਫਿਰ ਵੀ ਸਾਰੀ ਗੱਲ ਨੂੰ ਸਮੇਟ ਕੇ ਜਿੱਥੇ ਜਿੱਥੇ ਉਹਨਾਂ ਦੀ ਗੱਲ ਕਰਨੀ ਬਣਦੀ ਸੀ, ਕਾਫੀ ਹੱਦ ਤੱਕ ਕੀਤੀ। ਕੱਲ੍ਹ ਉਹਨਾਂ ਨੇ ਸਗੋਂ ਇਸ ਗੱਲ ਦਾ ਕ੍ਰੈਡਿਟ ਵੀ ਲਿਆ। ਕਹਿੰਦੇ ਅੱਜ ਜਿਹੜੀ ਆਹ ਸਪੈਸ਼ਲ ਸਿਟਿੰਗ ਹੋਣੀ ਹੈ ਕੋਵਿਡ-19 ਦੀ ਕਮੇਟੀ ਦੀ, ਜਾਂ ਜਿਹੜੀਆਂ ਇਹ ਪਾਰਲੀਮੈਂਟਰੀ ਸਿਟਿੰਗਸ ਹੋ ਰਹੀਆਂ ਨੇ, ਜਿਹਦੇ ਕਰਕੇ ਹੁਣ ਵੀ ਚੈਰਿਟੀ ਵਾਲੀਆਂ ਤਫਤੀਸ਼ਾਂ ਚੱਲ ਰਹੀਆਂ ਨੇ, ਕਹਿੰਦੇ ਇਹ ਵੀ ਮੈਂ ਹੀ ਕਹਿ ਕੇ ਕਰਾਇਆ ਸੀ, ਨਹੀਂ ਤਾਂ ਇਹ ਨਹੀਂ ਸੀ ਹੋਣ ਲੱਗਾ ਕੰਮ। ਇਟ ਵਾਜ਼ ਲਾਈਕ ਅ ਪ੍ਰਾਈਵੇਟ ਸੈਕਟਰ ਲਈ ਆਡੀਸ਼ਨ ਸੀ ਉਹਨਾਂ ਦਾ। ਹਾਂ, ਹਾਂ, ਸਹੀ ਹੁਣ ਗੱਲ ਦੇਖੋ ਹੈ। ਨਾ, ਪੋਲੀਟਿਕਸ ਤੋਂ ਬਾਅਦ ਹੁਣ ਕਿਤੇ ਹੋਰ ਕੁਛ ਵੀ ਤਾਂ ਕਰਨਾ ਹੀ ਹੈ। ਨਹੀਂ, ਨਹੀਂ, ਪਰ ਬਸ ਉਹਨਾਂ ਨੇ ਇਹ ਕਿਹਾ, ਕਹਿੰਦੇ ਅਗਲੇ ਇਲੈਕਸ਼ਨ ਦੇ ਵਿੱਚ ਵੀ ਮੈਂ ਮੈਂਬਰ ਆਫ ਪਾਰਲੀਮੈਂਟ ਵਾਸਤੇ ਚੋਣਾਂ ਜ਼ਰੂਰ ਲੜਾਂਗਾ। ਓਕੇ, ਚਲੋ ਫਿਰ ਕਿੰਨੀ ਦੇਰ ਤੱਕ? ਕਿੰਨੀ ਦੇਰ? 4 ਸਾਲ ਬਾਅਦ ਸਹੀ। ਹਾਂ, ਪਰ ਮਤਲਬ ਜੋ ਵੀ ਹੈ, CV ਸਟਰੋਂਗ ਹੁੰਦਾ। ਆਪਣੀ ਪਿੱਠ ਉਹਨਾਂ ਨੇ ਜ਼ਰੂਰ ਥਾਪੜੀ, ਹਾਂ, ਹਾਂ। ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਨਹੀਂ। ਯੂ ਆਰ ਰਾਈਟ ਟੂ ਸੇ, ਉਹਨਾਂ ਨੇ ਕੰਮ ਬਿਲਕੁਲ ਵਧੀਆ ਕੀਤਾ। ਇੱਦਾਂ ਨਹੀਂ ਲੱਗਿਆ ਕਿ ਕੇਅਰ ਟੇਕਰ ਲੀਡਰ ਹੈ। ਹਾਂ, ਉਹਨਾਂ ਨੇ ਪ੍ਰੋਪਰ ਜ਼ਿੰਮੇਦਾਰੀ ਨਾਲ ਜਿਹੜਾ ਵੀ ਕੋਈ ਜਸਟਿਨ ਟਰੂਡੋ ਦਾ ਬਿਆਨ ਆਉਂਦਾ ਸੀ, ਉਹਨਾਂ ਤੋਂ ਤਾਂ ਕਈ ਵਾਰ ਪਹਿਲਾਂ ਆ ਕੇ ਉਹਨਾਂ ਨੇ ਜੀ। ਅਨਾਊਂਸਮੈਂਟਸ ਕੀਤੀਆਂ, ਅਤੇ ਇਟ ਵਾਜ਼ ਵੈਰੀ ਪ੍ਰੋਐਕਟਿਵ। ਸੋ ਅੱਛਾ, ਹੁਣ ਜਿਹੜੀ ਇਹ ਗੱਲ ਅੱਜ ਜਿਹੜੀ ਸੀਟਿੰਗ ਹੈ, ਇਸ ਤੋਂ ਬਾਅਦ ਅਗਲੀ ਸੀਟਿੰਗ ਪਾਰਲੀਮੈਂਟ ਦੀ ਹੈ 26 26 ਅਗਸਤ ਦੀ। ਅਗਸਤ ਨੂੰ, ਹਾਂਜੀ। 21 ਅਗਸਤ ਤੱਕ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਲੀਡਰ ਵਾਸਤੇ ਜਿਹੜੀਆਂ ਵੋਟਾਂ ਪੈ ਰਹੀਆਂ ਨੇ, ਉਹ ਮੇਲ ਇਨ ਬੈਲਟ ਆ, ਸੋ ਡਾਕ ਰਾਹੀਂ ਵੋਟਾਂ ਭੇਜੀਆਂ ਜਾਣੀਆਂ ਨੇ। ਹਾਂਜੀ। ਉਹ 21 ਅਗਸਤ ਡੈਡਲਾਈਨ ਆ। ਸੋ ਕਿਉਂਕਿ ਡਾਕ ਰਾਹੀਂ ਆਈਆਂ ਵੋਟਾਂ 4-5 ਦਿਨ ਦੇ ਅੰਦਰ ਅੰਦਰ ਤਾਂ ਗਿਣੇ ਹੀ ਲੈਣਗੇ। ਸੋ 26 ਅਗਸਤ ਨੂੰ ਮੋਸਟ ਲਾਈਕਲੀ ਅਗਲੀ ਸਿਟਿੰਗ ਤੱਕ ਨਵਾਂ ਲੀਡਰ ਨਿਯੁਕਤ ਹੋ ਚੁੱਕਾ ਹੋਏਗਾ, ਇਲੈਕਟ ਹੋ ਚੁੱਕਾ ਹੋਏਗਾ, ਅਤੇ ਉਹ ਫਿਰ ਅਫੀਸ਼ੀਅਲ ਆਪੋਜੀਸ਼ਨ ਦੇ ਲੀਡਰ ਵਜੋਂ ਪਾਰਲੀਮੈਂਟ ਦੇ ਵਿੱਚ ਵਿਚਰਨਗੇ। ਓਕੇ, ਸੋ ਹੁਣ ਗੱਲ ਕਰੀਏ ਅੱਜ ਦੇ ਸੈਸ਼ਨ ਦੀ। ਹਾਂ। ਅੱਜ ਦਾ ਸੈਸ਼ਨ ਵਿਜੇ 4 ਘੰਟਿਆਂ ਦਾ ਹੋਣਾ। ਉਹਦੇ ਵਿੱਚ 95 ਮਿੰਟ ਹੋਣੇ ਆ ਕੁਐਸਚਨ ਪੀਰੀਅਡ, ਐਕਸਟੈਂਡਡ ਕੁਐਸਚਨ ਪੀਰੀਅਡ, ਅਤੇ ਉਸ ਤੋਂ ਬਾਅਦ 2 ਘੰਟੇ ਚੱਲਣੀ ਆ ਡਿਬੇਟ। ਅਤੇ ਅਸੀਂ ਜਾਣਦੇ ਹਾਂ ਕਿ ਮੁੱਖ ਕੇਂਦਰ ਕੀ ਰਹਿਣਾ ਪੂਰੇ ਚਰਚਾ ਦਾ? ਐਥਿਕਸ ਕਮੇਟੀ, ਫਾਈਨੈਂਸ ਕਮੇਟੀ। ਅਤੇ ਜਦੋਂ ਅੱਛਾ, ਇਹ ਵੀ ਦੱਸ ਦਈਏ, ਜਦੋਂ ਫਾਈਨੈਂਸ ਕਮੇਟੀ ਦੀ ਤਫਤੀਸ਼ ਪੂਰੀ ਹੋ ਗਈ, ਉਸ ਤੋਂ ਬਾਅਦ ਜਿਹੜੀ ਆਪਰੇਸ਼ਨਸ ਕਮੇਟੀ ਹੈ, ਜਿਹੜੀ ਤੀਜੀ ਕਮੇਟੀ ਦੀ ਆਪਾਂ ਦੱਸ ਰਹੇ ਸੀਗੇ ਕਿ ਉਹਨਾਂ ਨੇ ਵੀ ਆਪਣੀ ਜਾਂਚ ਸ਼ੁਰੂ ਕਰਨੀ ਹੈ, ਫਿਰ ਉਹ ਜਾਂਚ ਸ਼ੁਰੂ ਹੋ ਜਾਣੀ ਹੈ। ਅਤੇ ਹੁਣ ਇੱਕ ਨਵਾਂ ਵੀ ਆਇਆ ਕਿ ਲੈਂਗੁਏਜਸ ਕਮੇਟੀ ਹੈ ਕੋਈ, ਉਹਨਾਂ ਨੂੰ ਵੀ ਕਿਹਾ ਜਾ ਰਿਹਾ ਆਪੋਜੀਸ਼ਨ ਵੱਲੋਂ ਕਿ ਤੁਸੀਂ ਵੀ ਜਾਂਚ ਕਰੋ ਕਿ ਇੱਕ ਐਂਗਲੋਫੋਨ ਸੰਸਥਾ ਨੂੰ ਕਿਉਂ ਇਹਦਾ ਠੇਕਾ ਦਿੱਤਾ ਗਿਆ, ਵੀ ਚੈਰਿਟੀ। ਅੱਛਾ, ਵੀ ਫਰੈਂਚ ਨੂੰ ਕਿਉਂ ਨਾ ਦਿੱਤਾ ਗਿਆ? ਯੈਸ। ਅੱਛਾ, ਇਹ ਤੇ ਚਲੋ, ਇਹ ਤਾਂ ਮੈਨੂੰ ਲੱਗਦਾ ਨੀਰੀ ਪਾਣੀ 'ਚ ਮਧਾਣੀ ਵਾਲੀ ਗੱਲ ਹੈ। ਪਰ ਇਹ ਜਿਹੜੀ ਸਾਰੀ ਜਿਹੜੀ ਆ ਚਰਚਾ ਹੋਣੀ ਆ, ਉਹ ਵੀ ਚੈਰਿਟੀ ਤੇ ਹੋਣੀ ਹੈ। ਤੇ ਉੱਪਰੋਂ ਵਿਜੇ ਜਿਹੜਾ ਇੱਕ ਨਵਾਂ ਆ ਗਿਆ ਸੀਗਾ ਕਿ ਕਮਰਸ਼ੀਅਲ ਰੈਂਟਲ ਅਸਿਸਟੈਂਸ ਪ੍ਰੋਗਰਾਮ ਦਾ ਵੀ ਜਿਹੜਾ ਠੇਕਾ ਸੀ, ਉਹ ਐਮਕੈਪ ਨੂੰ ਦੇ ਦਿੱਤਾ ਗਿਆ, ਜਿਹਦੇ ਕਿ ਇੱਕ ਉੱਚ ਅਹੁਦੇਦਾਰ ਹੈਗੇ ਨੇ ਕੇਟੀ ਟੈਲਫਰਡ ਦੇ ਹਸਬੈਂਡ, ਤੇ ਕੇਟੀ ਟੈਲਫਰਡ ਹੈਗੇ ਨੇ ਪ੍ਰਾਈਮ ਮਿਨਿਸਟਰ ਦੇ ਚੀਫ ਆਫ ਸਟਾਫ। ਯੈਸ। ਸੋ ਇਹ ਵੀ ਹੁਣ ਇਸ ਗੱਲ ਤੇ ਵੀ ਉਹ ਘੇਰਨਗੇ। ਅੱਛਾ, ਇੱਕ ਗੱਲ ਹੋਰ ਹਲੇ ਦੇਖੀਏ ਵਾਸੂ, ਕਈ ਵਾਰ ਲੱਗਦਾ ਨਾ ਵੀ ਚੈਰਿਟੀ ਬਾਰੇ ਬਥੇਰੀ ਗੱਲ ਹੋ ਲਈ, ਤਫਤੀਸ਼ ਹੋ ਲਈ, ਉਹੀ ਸਵਾਲ ਪੁੱਛੇ ਜਾ ਰਹੇ ਨੇ, ਸਾਰਾ ਕੁਝ ਉਹੀ ਚੱਲ ਰਿਹਾ। ਵੀ ਕੱਲ੍ਹ ਜਦੋਂ ਐਥਿਕਸ ਕਮੇਟੀ ਸਾਹਮਣੇ ਪੇਸ਼ੀ ਹੋਈ, ਤਾਂ ਉਹਦੇ ਵਿੱਚ ਕਾਰਲਾ ਕੁਆਲਟਰੋ ਨੇ ਕਾਫੀ ਹੱਦ ਤੱਕ ਵਾਸੂ ਉਹੀ ਗੱਲਾਂ ਕਹੀਆਂ ਜਿਹੜੀਆਂ ਉਹ ਇਸ ਪ੍ਰੋਗਰਾਮ ਦੇ ਵਿੱਚ ਪਿਛਲੇ ਹਫ਼ਤੇ ਉਹਨਾਂ ਨਾਲ ਗੱਲਬਾਤ ਹੋਈ ਸੀ। ਜਿਹੜੀਆਂ ਗੱਲਾਂ ਉਹਨਾਂ ਨੇ ਇੱਥੇ ਕਹੀਆਂ ਸੀ ਜਾਂ ਹੋਰ ਮੀਡੀਆ ਆਊਟਲੈਟਸ ਦੇ ਵਿੱਚ ਉਹਨਾਂ ਨੇ ਇੰਟਰਵਿਊਜ਼ 'ਚ ਕਹੀਆਂ, ਉਹੀ ਗੱਲ ਉਹਨਾਂ ਨੇ ਐਥਿਕਸ ਕਮੇਟੀ ਸਾਹਮਣੇ ਦੁਹਰਾਤੀ ਕਿ ਹਾਂ, ਗਲਤੀ ਹੋ ਗਈ ਸਰਕਾਰ ਤੋਂ। ਕਹਿੰਦੇ ਨਾ ਮੈਂ ਕੋਈ ਬਹਾਨਾ ਬਣਾਉਣਾ, ਨਾ ਮੈਂ ਕਿਸੇ ਦੀ, ਤੁਸੀਂ ਇਹ ਕਹਿ ਲਓ ਵੀ, ਸਾਈਡ ਲੈਣੀ ਹੈ। ਆਫ ਕੋਰਸ ਕਹਿੰਦੇ ਵੀ ਜੇ ਪ੍ਰਧਾਨ ਮੰਤਰੀ ਅਤੇ ਫਾਈਨੈਂਸ ਮਿਨਿਸਟਰ ਆਪਣੇ ਆਪ ਨੂੰ ਰਿਕਿਊਜ਼ ਕਰ ਲੈਂਦੇ ਤਾਂ ਵਧੀਆ ਰਹਿੰਦਾ। ਹਾਲੇ ਤਾਂ ਕਈ ਵਾਰ ਲੱਗਦਾ ਵੀ ਹੁਣ ਵੀ ਚੈਰਿਟੀ ਦੇ ਵਿੱਚੋਂ ਹੋਰ ਕੀ ਗੱਲ ਨਿਕਲ ਆਣੀ ਹੈ। ਸਾਰਾ ਕੁਝ ਤੇ ਆ ਚੁੱਕਾ। ਜਿਹੜੇ 5000 ਪੇਪਰ ਵੀਕਐਂਡ 'ਤੇ ਸਰਕਾਰ ਨੇ ਸਪੁਰਦ ਕੀਤੇ ਨੇ, ਜਿਹੜੇ ਵੀ ਚੈਰਿਟੀ ਨਾਲ ਸੰਬੰਧਿਤ ਜਿੰਨੀ ਵੀ ਕਮਿਊਨੀਕੇਸ਼ਨ ਅਤੇ ਈਮੇਲਾਂ ਹੋਈਆਂ ਸੀ, ਹਲੇ ਉਹਨਾਂ ਦੀ ਤੇ ਜਿਹੜੇ ਪਾਰਲੀਮੈਂਟਰੀ ਲਾਇਰਸ ਨੇ, ਉਹਨਾਂ ਦੇ ਥਰੂ ਜਾ ਰਹੇ ਨੇ ਹਲੇ। ਉਹਦੇ ਵਿੱਚੋਂ ਜਿਹੜੀ ਕੋਈ ਇਨਫੋਰਮੇਸ਼ਨ ਰਿਡਾਇਰੈਕਟ ਕਰਨ ਵਾਲੀ ਆ, ਕਿ ਜਿਹੜੀ ਤੁਸੀਂ ਲਗਾ ਲਓ ਵੀ ਕਿਸੇ ਨਿੱਜੀ ਜਾਣਕਾਰੀ ਆ ਜਿਹੜੀ ਅੱਗੇ ਨਹੀਂ ਦੇਣੀ ਚਾਹੀਦੀ, ਉਹਨੂੰ ਹਜੇ ਉਹ ਕਹਿ ਲਓ ਵੀ ਕ੍ਰਾਸ ਆਫ ਕਰ ਰਹੇ ਨੇ। ਜਦੋਂ ਉਹ ਇਨਫੋਰਮੇਸ਼ਨ ਬਾਹਰ ਆਈ ਤਾਂ ਹਲੇ ਹੋਰ ਪਤਾ ਨਹੀਂ ਇਹ 'ਚੋਂ ਕੀ ਨਿਕਲਣਾ।
ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਹੁਣ ਬਿਆਨ ਰਿਪੀਟ ਹੋ ਰਹੇ ਨੇ, ਸੇ ਇਹ ਵਾਟ ਆਰ ਦੇ ਲੀਡਿੰਗ ਟੂ? ਕੱਲ ਇਹ ਰਿਪੋਰਟ ਆਈ ਸੀ ਕਿ ਹੁਣ ਹੋ ਸਕਦਾ ਹੈ ਕਿ ਬਿਲ ਮੋਰਨੋ ਤੇ ਜਾ ਕੇ ਬਕ ਵਿਲ ਸਟਾਪ ਦੇਅਰ। ਇਹ ਸਪੈਸੀਫਿਕਲੀ ਅੱਛਾ ਗਲੋਬ ਐਂਡ ਮੇਲ ਦੀ ਰਿਪੋਰਟ ਸੀ, ਤੇ ਉਸ ਤੋਂ ਬਾਅਦ ਹੁਣ ਕੱਲ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਬਿਆਨ ਆ ਗਿਆ। ਸੋ ਪ੍ਰਧਾਨ ਮੰਤਰੀ ਭਾਵੇਂ ਛੁੱਟੀ ਮਨਾ ਰਹੇ ਨੇ, ਪਰ ਪੀਐਮਓ ਨੂੰ ਇੱਕ ਬਿਆਨ ਜਾਰੀ ਕਰਨਾ ਪਿਆ। ਉਹ ਕਿਉਂ ਕਰਨਾ ਪਿਆ? ਕਿਉਂਕਿ ਮੀਡੀਆ ਦੇ ਵਿੱਚ ਰਿਪੋਰਟਸ ਜਿਹੜੀਆਂ ਆਈਆਂ ਸੀ, ਦੇ ਵਰ ਲਾਈਕ ਸੋ ਸਟਾਰਕ। ਉਹਦੇ ਵਿੱਚ ਸਿੱਧਾ ਮਤਲਬ ਉਹਦੇ ਚੋਂ ਨਿਸ਼ਕਰਸ਼ ਇਹੀ ਨਿਕਲਦਾ ਸੀ, ਸਿੱਟਾ ਇਹੀ ਨਿਕਲਦਾ ਸੀ ਕਿ ਬਈ ਬਿਲ ਮੋਰਨੋ ਵਿਲ ਗੋ। ਜਦੋਂ ਰੀਸ਼ਫਲ ਹੋਇਆ, ਹੈਡਲਾਈਨ ਇਹ ਸੀ ਕਿ ਜਦੋਂ ਰੀਸ਼ਫਲ ਹੋਇਆ ਉਦੋਂ ਕੈਬਨਿਟ ਰੀਸ਼ਫਲ ਹੋਣਾ ਸੈਪਟੈਂਬਰ ਦੇ ਵਿੱਚ, ਤੇ ਉਸ ਤੋਂ ਬਾਅਦ ਬਿਲ ਮੋਰਨੋ ਵਿਲ ਗੋ। ਬਟ ਦੈਟ ਬੀਇੰਗ ਸੈਡ, ਕੱਲ ਜਿਹੜੀ ਪੀਐਮਓ ਦੀ ਸਟੇਟਮੈਂਟ ਆਈ ਹੈ, ਉਹਨਾਂ ਨੇ ਇਸ ਗੱਲ ਦੀ ਸਪਸ਼ਟ ਤੌਰ ਤੇ ਨਿਖੇਧੀ ਨਹੀਂ ਕੀਤੀ, ਕਿਉਂਕਿ ਹੁਣ ਸਤੰਬਰ 'ਚ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਣਾ, ਜਿਵੇਂ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ ਵੀ 26 ਅਗਸਤ ਨੂੰ ਇਸ ਮਹੀਨੇ ਦਾ ਆਖਰੀ ਸਿਟਿੰਗ ਹੈ, ਉਸ ਤੋਂ ਬਾਅਦ ਜਦੋਂ ਫਾਲਸ ਸਿਟਿੰਗ ਸ਼ੁਰੂ ਹੋਣੀ ਹੈ, ਉਸ ਤੋਂ ਪਹਿਲਾਂ ਕੈਬਨਿਟ ਰੀਸ਼ਫਲ ਐਕਸਪੈਕਟਡ ਹੈ ਹੋਏਗੀ। ਪਰ ਕੀ ਉਸ ਕੈਬਨਿਟ ਰੀਸ਼ਫਲ ਦੇ ਵਿੱਚ ਬਿਲ ਮੋਰਨੋ ਸੁਰੱਖਿਅਤ ਰਹਿਣਗੇ? ਇਸ ਦੇ ਬਾਰੇ ਪੀਐਮਓ ਦੀ ਸਟੇਟਮੈਂਟ ਦੇ ਵਿੱਚ ਕੋਈ ਸਪਸ਼ਟ ਗੱਲ ਨਹੀਂ ਸੀ ਕੀਤੀ ਗਈ। ਪੀਐਮਓ ਨੇ, ਦੇਖੋ, ਜਸਟਿਨ ਟਰੂਡੋ ਵੱਲੋਂ ਇਹ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਬਿਲ ਮੋਰਨੋ ਹੈਜ਼ ਮਾਈ ਫੁੱਲ ਕੌਨਫੀਡੈਂਸ, ਕਿ ਉਹਨਾਂ ਦੇ ਵਿੱਚ ਉਹਨਾਂ ਦੀ ਕਾਬਲੀਅਤ ਵਿੱਚ ਮੈਨੂੰ ਪੂਰਾ ਵਿਸ਼ਵਾਸ ਹੈ। ਤੇ ਉਹਨਾਂ ਦੀ ਤਾਰੀਫ ਕੀਤੀ ਕਿ ਕੋਵਿਡ-19 ਦੌਰਾਨ ਜਿਹੜਾ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਹੈ, ਬਹੁਤ ਵਧੀਆ ਉਹਨਾਂ ਨੇ ਨਿਭਾਈ ਹੈ। ਤੇ ਉਹ ਨਾਲ ਵਿਜੇ ਉਹਨਾਂ ਨੇ ਐਗਜ਼ੈਕਟਲੀ ਇਹ ਨਹੀਂ ਲਿਖਿਆ ਕਿ ਰੀਸ਼ਫਲ ਦੇ ਦੌਰਾਨ ਬਿਲ ਮੋਰਨੋ ਨੂੰ ਫਾਈਨੈਂਸ ਮਿਨਿਸਟਰੀ ਤੋਂ ਮੂਵ ਕੀਤਾ ਜਾਏਗਾ ਕਿ ਨਹੀਂ ਕੀਤਾ ਜਾਏਗਾ, ਪਰ ਉਹਨਾਂ ਨੇ ਇਹ ਲਿਖਿਆ, ਕਹਿੰਦੇ ਦ ਟੀਮ ਵਿਲ ਕੰਟੀਨਿਊ ਟੂ ਸਰਵ। ਹਾਂ, ਹੁਣ ਟੀਮ ਦੇ ਵਿੱਚ ਤੇ ਜਿਹੜੇ ਬੈਕ ਐਂਡ ਤੇ ਕੰਮ ਕਰਨ ਵਾਲੇ ਵਿਅਕਤੀ ਨੇ, ਵੀ ਉਹੀ ਹੈ ਨਾ, ਫੌਜ ਉਹੀ ਰਹੇਗੀ, ਸੈਨਾਪਤੀ ਬਦਲੇਗਾ ਕਿ ਨਹੀਂ? ਸੋ ਜਦੋਂ ਤੁਹਾਡੇ ਸੈਨਾਪਤੀ ਦੇ ਉੱਤੇ, ਵਨ ਆਫ ਦਾ ਸੈਨਾਪਤੀਜ਼ ਆਈ ਵੁੱਡ ਸੇ, ਉਹਦੇ ਉੱਤੇ ਇੰਨਾ ਜ਼ਿਆਦਾ ਉਪ ਸੈਨਾਪਤੀ ਤੇ ਉਹਦੇ ਉੱਤੇ ਜਦੋਂ ਇੰਨਾ ਹਮਲਾ ਹੋ ਰਿਹਾ ਜੀ, ਤੇ ਉਦੋਂ ਲੀਡਰ ਦੀ ਸਪੋਰਟ ਦੀ ਲੋੜ ਹੁੰਦੀ ਆ। ਤੇ ਉਹ ਸਪੋਰਟ ਆਈ ਤਾਂ ਸਹੀ, ਪਰ ਇੱਕ ਕਹਿ ਲਓ ਕਿ ਅਨਕੰਡੀਸ਼ਨਲ ਸਪੋਰਟ ਨਹੀਂ ਆਈ ਜੀ। ਬਿਲਕੁਲ, ਸਪੈਸ਼ਲੀ ਜਦੋਂ ਇਸ ਮੁੱਦੇ ਨੂੰ ਲੈ ਕੇ ਕਿ ਅਹੁਦੇ ਤੇ ਬਣੇ ਰਹਿਣਗੇ ਕਿ ਨਹੀਂ। ਤੇ ਵਿਜੇ, ਉਸ ਤੋਂ ਬਾਅਦ ਹੁਣ ਇੱਕ ਰਿਪੋਰਟ ਇਹ ਵੀ ਆਈ ਹੈ ਕਿ ਬਿਲ ਮੋਰਨੋ ਉਹ ਵੀ ਹੁਣ ਖੁਸ਼ ਨਹੀਂ ਹੈਗੇ ਜਸਟਿਨ ਟਰੂਡੋ ਤੋਂ। ਤੇ ਪਹਿਲਾਂ ਰਿਪੋਰਟ ਆਈ ਸੀ ਕਿ ਬਿਲ ਮੋਰਨੋ ਨੂੰ ਪਤਾ, ਜਸਟਿਨ ਟਰੂਡੋ ਨੂੰ ਨਹੀਂ ਪਤਾ ਸੀ ਕਿ ਬਿਲ ਮੋਰਨੋ ਨੇ ਜਿਹੜਾ ਆਪਣਾ $41,000 ਵਾਪਸ ਕੀਤਾ ਸੀ ਵੀ ਚੈਰਿਟੀ ਨੂੰ, ਕਿ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਸੀ। ਹੁਣ ਕਹਿੰਦੇ ਕਿ ਬਿਲ ਮੋਰਨੋ ਨੂੰ ਵੀ ਨਹੀਂ ਪਤਾ ਸੀ ਕਿ ਆਹ ਜਿਹੜੀ ਰਿਪੋਰਟ ਮੀਡੀਆ ਦੇ ਵਿੱਚ ਇਦਾਂ ਦੀ ਆ ਜਾਣੀ ਹੈ ਕਿ ਜਸਟਿਨ ਟਰੂਡੋ ਉਹਨਾਂ ਨੂੰ ਮੂਵ ਕਰਨ ਬਾਰੇ ਸੋਚ ਰਹੇ ਨੇ। ਹੀ ਹੈਜ਼ ਬੀਨ ਬਲਾਈਂਡ ਸਾਈਟਡ। ਤੇ ਉਹ ਕਹਿੰਦੇ ਕਿ ਹੁਣ ਉਹ ਨਾਰਾਜ਼ ਨੇ ਕਿ ਇਹ ਰਿਪੋਰਟ ਮੀਡੀਆ ਦੇ ਵਿੱਚ ਆਈ। ਅਸੀਂ ਕੱਲ ਗੱਲ ਕਰ ਰਹੇ ਸੀ, ਉਹ ਰਿਪੋਰਟਸ ਜਿਹੜੀ ਸੂਤਰਾਂ ਦੀ ਗੱਲ ਹੋ ਰਹੀ ਸੀ, ਉਹ ਮੋਸਟ ਲਾਈਕਲੀ ਪੀਐਮਓ ਦੇ ਸੂਤਰ ਸੀਗੇ। ਸੋ ਹੁਣ ਇਹ ਗੱਲ ਬਿਲ ਮੋਰਨੋ ਤੋਂ ਵੀ ਲੁਕੀ ਨਹੀਂ ਹੈ, ਤੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਸ ਕ੍ਰੂਸ਼ਲ ਘੜੀ ਦੇ ਵਿੱਚ ਮੇਰੀ ਕ੍ਰੈਡੀਬਿਲਿਟੀ ਨੂੰ ਠੇਸ ਪਹੁੰਚੀ ਹੈ, ਸੱਟ ਲੱਗੀ ਹੈ ਮੇਰੀ ਕ੍ਰੈਡੀਬਿਲਿਟੀ ਨੂੰ, ਤੇ ਉਹ ਹੁਣ ਜਸਟਿਨ ਟਰੂਡੋ ਦੇ ਨਾਲ ਵੀ ਨਾਰਾਜ਼ ਹੋ ਗਏ। ਸੋ ਹੁਣ ਵੇਖਦੇ ਹਾਂ ਕਿ ਇਹਦੇ ਵਿੱਚੋਂ ਜਦੋਂ ਕੈਬਨਿਟ ਰੀਸ਼ਫਲ ਹੁੰਦੀ ਆ ਤੇ ਉਦੋਂ ਬਿਲ ਮੋਰਨੋ ਦੇ ਕੋਲੋਂ ਇਹ ਅਹੁਦਾ ਵਾਪਸ ਲਿਆ ਜਾਂਦਾ ਕਿ ਨਹੀਂ। ਇਹ ਨਾ ਭੁੱਲੀਏ ਵਾਸੋ, ਬਹੁਤ ਘੱਟ ਜਿਹੇ ਮਿਨਿਸਟਰ ਨੇ। ਦੇਖੋ 2015 ਦੇ ਵਿੱਚ ਇਹਨਾਂ ਦਾ ਪਹਿਲਾ ਮੈਂਡੇਟ ਸੀ, ਜਦੋਂ ਪਿਛਲੇ ਸਾਲ ਜਿੱਤੇ ਨੇ, ਜਦੋਂ ਫਿਰ ਕੈਬਨਿਟ ਅਨਾਊਂਸ ਕੀਤੀ ਗਈ। ਜਿਹੜੇ ਕੁਝ ਮਿਨਿਸਟਰਸ ਆਫ ਦਾ ਟਾਪ ਆਫ ਮਾਈ ਹੈਡ ਜਿਹੜੇ ਮੈਨੂੰ ਯਾਦ ਰਹਿੰਦੇ ਆਉਂਦੇ ਨੇ ਕਿ ਜਿਨ੍ਹਾਂ ਦੇ ਪੋਰਟਫੋਲੀਓ ਚੇਂਜ ਨਹੀਂ ਕੀਤੇ ਗਏ ਸੈਕਿੰਡ ਟਰਮ ਦੇ ਵਿੱਚ ਵੀ, ਉਹਨਾਂ ਦੇ ਵਿੱਚੋਂ ਇੱਕ ਹਰਜੀਤ ਸੱਜਣ, ਸਟਿਲ ਦੀ ਡਿਫੈਂਸ ਮਿਨਿਸਟਰ, ਤੇ ਬਿਲ ਮੋਰਨੋ ਪਹਿਲਾਂ ਵੀ ਫਾਈਨੈਂਸ ਮਿਨਿਸਟਰ ਸੀ, ਹੁਣ ਵੀ ਫਾਈਨੈਂਸ ਮਿਨਿਸਟਰ ਨੇ। ਮਾਰਕ ਗਾਰਨੋ, ਯੈਸ, ਟਰਾਂਸਪੋਰਟ ਮਿਨਿਸਟਰ। ਸੋ ਇਹ ਤੋਂ ਪਹਿਲਾਂ ਦੇਖੋ ਕੈਬਨਿਟ ਰੀਸ਼ਫਲਸ ਹੋਰ ਵੀ ਹੋਈਆਂ, ਪਿਛਲੀ ਟਰਮ ਦੇ ਵਿੱਚ ਵੀ ਹੋਈਆਂ, ਤੇ ਉਸ ਤੋਂ ਬਾਅਦ ਨਵਾਂ ਮੈਂਡੇਟ ਵੀ ਮਿਲ ਗਿਆ। ਇਹ ਸਾਰੇ ਸਮੇਂ ਦੌਰਾਨ ਇਹਨਾਂ ਦਾ ਪੋਰਟਫੋਲੀਓ ਚੇਂਜ ਨਹੀਂ ਕੀਤਾ ਗਿਆ। ਸੋ ਹੁਣ ਜਦੋਂ ਪੋਰਟਫੋਲੀਓ ਜੇ ਚੇਂਜ ਕਰ ਦਿੱਤਾ ਜਾਂਦਾ ਸਤੰਬਰ ਵਾਲੀ ਸੀਟਿੰਗ ਤੋਂ ਪਹਿਲਾਂ ਅਗਲੀ ਸ਼ਫਲ ਦੇ ਵਿੱਚ, ਤਾਂ ਫਿਰ ਕਲੀਅਰਲੀ ਉਹਦੀਆਂ ਤਾਰਾਂ ਇਸੇ ਗੱਲ ਨਾਲ ਜੁੜਨਗੀਆਂ ਕਿ ਇਹ ਜਿਹੜਾ ਵੀ ਚੈਰਿਟੀ ਵਾਲਾ ਇਹ ਸਾਰਾ ਮੁੱਦਾ ਉੱਠਿਆ, ਇਸ ਬਵਾਲ ਦੇ ਵਿੱਚੋਂ ਹੀ ਇਹ ਅਸਰ ਹੋਏਗਾ ਕਿ ਬਿਲ ਮੋਰਨੋ ਦਾ ਪੋਰਟਫੋਲੀਓ ਚੇਂਜ ਹੋਣਾ ਹੁੰਦਾ ਕਿ ਨਹੀਂ, ਲੈਟਸ ਸੀ। ਪਰ ਇਹਦੇ ਵਿੱਚ ਇੰਟਰਸਟਿੰਗ ਸਿਚੁਏਸ਼ਨ ਬਣਦੀ ਜਾ ਰਹੀ ਹੈ। ਰਾਈਟ, ਇਹੋ ਜਿਹੀਆਂ ਗੱਲਾਂ ਦੇ ਨਾਲ ਹੀ ਨਾ ਵੈਸੇ ਵਾਸੂ ਪਾਰਟੀ ਦੇ ਵਿੱਚ, ਸਰਕਾਰਾਂ ਦੇ ਵਿੱਚ ਅਲੱਗ-ਅਲੱਗ ਪਾਵਰ ਸੈਂਟਰ ਤੇ ਜਿਹੜੀ ਅਲੱਗ-ਅਲੱਗ ਖੇਮੇ ਬਣ ਜਾਂਦੇ ਨੇ, ਤੇ ਇਹ ਟਰੂਡੋ ਵਾਸਤੇ ਵੀ ਨੈਵੀਗੇਟ ਕਰਨਾ ਸੌਖਾ ਨਹੀਂ ਰਹਿਣਾ। ਦੇਖੋ, ਦੋ ਗੱਲਾਂ ਨੇ। ਇੱਕ ਤਾਂ ਹੈਗਾ ਕਿ ਪੋਲੀਟੀਕਲ, ਜਿਹੜੀ ਆਪਾਂ ਕੱਲ੍ਹ ਗੱਲ ਕਰ ਰਹੇ ਸੀ ਕਿ ਟੈਂਪਰੇਚਰ ਦੇਖ ਕੇ ਜੇ ਜਸਟਿਨ ਟਰੂਡੋ ਇਹ ਫੈਸਲਾ ਲੈਣਗੇ, ਫਿਰ ਮੈਨੂੰ ਲੱਗਦਾ ਲੋੜ ਨਹੀਂ ਪੈਣੀ। ਪਰ ਜੇਕਰ ਗੱਲ ਆ ਗਈ ਨਾ ਪਰਸਨਲ ਲਾਈਕੇਬਿਲਿਟੀ ਤੇ, ਕਿ ਜੇ ਹੁਣ ਆ ਰਹੀ ਹੈ ਗੱਲ ਕਿ ਟਰੂਡੋ ਨੂੰ ਮੋਰਨੋ ਦੀ ਉਹ $41,000 ਵਾਪਸ ਕਰਨ ਵਾਲੀ ਜਿਹੜੀ ਉਹ ਗੱਲ ਸੀ, ਉਹਦੇ ਜਸਟਿਨ ਟਰੂਡੋ ਨੂੰ ਕੌਨਫੀਡੈਂਸ ਵਿੱਚ ਨਹੀਂ ਲੈ ਕੇ ਮੋਰਨੋ ਨੇ ਇਹ ਫੈਸਲਾ ਕਰ ਲਿਆ, ਇਹ ਸਟੈਪ ਚੱਕਿਆ, ਤਾਂ ਕਰਕੇ ਟਰੂਡੋ ਨਾਰਾਜ਼ ਨੇ ਮੋਰਨੋ ਤੋਂ। ਤੇ ਹੁਣ ਜਿਹੜੀ ਗੱਲ ਆ ਰਹੀ ਹੈ ਕਿ ਮੋਰਨੋ ਨਾਰਾਜ਼ ਨੇ ਜਸਟਿਨ ਟਰੂਡੋ ਤੋਂ, ਜੇ ਪਰਸਨਲ ਟਿਫ ਤੇ ਗੱਲ ਆਈ ਤੇ ਫਿਰ ਮੇਬੀ ਰੀਸ਼ਫਲ ਦੇ ਵਿੱਚ ਮੂਵ ਕੀਤਾ ਜਾਵੇ। ਪਰ ਜੇ ਸਿਰਫ ਪੋਲੀਟੀਕਲ ਟੈਂਪਰੇਚਰ ਦੇਖ ਕੇ
ਕਿ ਆਪਣੇ ਵੋਟਰ ਬੇਸ ਨੂੰ ਖੁਸ਼ ਕਰਨ ਲਈ ਜਾਂ ਵਿਰੋਧੀ ਪਾਰਟੀਆਂ ਨੂੰ ਸ਼ਾਂਤ ਕਰਨ ਲਈ ਇਹ ਫੈਸਲਾ ਲਿਆ ਜਾਵੇਗਾ, ਫਿਰ ਮੈਨੂੰ ਲੱਗਦਾ ਸ਼ਾਇਦ ਨਾ ਹੋਵੇ, ਪਰ ਬਸ ਕਿ ਲੋੜ ਨਾ ਪਵੇ। ਇੱਕ ਗੱਲ ਇਹ ਵੀ ਸੋਚੀਏ, ਜਿਵੇਂ ਜਿਸ ਹਿਸਾਬ ਨਾਲ ਇੱਥੇ ਦੀ ਡੈਮੋਕ੍ਰੇਸੀ ਕੰਮ ਕਰਦੀ ਆ, ਉਹਦੇ ਵਿੱਚ ਇਹ ਬਹੁਤ ਹੁੰਦਾ ਕਿ ਕੋਈ ਗਲਤੀ ਹੋਈ, ਜਦੋਂ ਇਸ ਤਰ੍ਹਾਂ ਦੀ ਕੁਤਾਹੀ ਹੋਈ ਸਪੈਸ਼ਲੀ ਇਸ ਲੈਵਲ ਦੀ, ਤਾਂ ਉਹਦੀ ਫਿਰ ਜ਼ਿੰਮੇਵਾਰੀ ਕਿਤੇ ਨਾ ਕਿਤੇ ਮਖਸੂਸ ਕੀਤੀ ਜਾਣੀ ਬੜੀ ਜ਼ਰੂਰੀ ਆ। ਜੇ ਇਹ ਹੋਇਆ ਕਿ ਐਡਾ ਵੱਡਾ ਬਵਾਲ ਖੜਾ ਹੋਇਆ, ਹੁਣ ਪਤਾ ਹੈ ਵੀ ਕਿਤੇ ਨਾ ਕਿਤੇ ਦਾਲ 'ਚ ਕੁਝ ਨਾ ਕੁਝ ਕਾਲਾ ਜ਼ਰੂਰ ਸੀ। ਕਿਉਂਕਿ ਕੱਲ੍ਹ ਜਦੋਂ ਆਹ ਐਥਿਕਸ ਕਮੇਟੀ ਵਾਲੀ ਹੀਅਰਿੰਗ ਚੱਲ ਰਹੀ ਸੀ, ਉਹਦੇ 'ਚ ਬਰਦੀਸ਼ ਚੱਗੜ ਨੂੰ ਪੁੱਛਿਆ ਗਿਆ, ਕਹਿੰਦੇ ਹੁਣ ਕਲੀਅਰਲੀ ਦੱਸੋ ਵੀ ਤੁਹਾਡੀ ਪਹਿਲਾਂ ਗੱਲ ਕਦੀ ਵੀ ਨਹੀਂ ਹੋਈ ਸੀ ਵੀ ਚੈਰਿਟੀ ਨਾਲ ਜਾਂ ਉਹਨਾਂ ਦੇ ਫਾਊਂਡਰਸ ਨਾਲ। ਫਿਰ ਬਰਦੀਸ਼ ਚੱਗੜ ਨੇ ਕਿਹਾ, ਕਹਿੰਦੇ ਨਹੀਂ, ਇੱਕ ਮੈਂ ਵੀ ਚੈਰਿਟੀ ਇਵੈਂਟ 'ਤੇ ਉਹਨਾਂ ਨੂੰ ਮਿਲੀ ਸੀ ਅਤੇ ਉਦੋਂ ਮਾੜੀ ਜਿਹੀ ਗੱਲ ਹੋਈ ਸੀ, ਫਿਰ 17 ਅਪ੍ਰੈਲ ਨੂੰ ਫ਼ੋਨ 'ਤੇ ਗੱਲ ਹੋਈ, ਅੱਧਾ ਘੰਟਾ ਗੱਲ ਚੱਲੀ। ਬਟ ਹਾਂ, ਫਿਰ ਚਾਰਲੀ ਐਂਗਸ ਨੇ ਪੁੱਛਿਆ, ਕਹਿੰਦੇ ਤੁਹਾਨੂੰ ਪਤਾ ਵੀ ਉਹ ਡਿਡ ਯੂ ਫਾਈਂਡ ਆਊਟ ਵੀ ਉਹਨਾਂ ਨੇ ਐਜ਼ ਅ ਲੌਬਿਸਟ ਆਪਣੇ ਆਪ ਨੂੰ ਰਜਿਸਟਰ ਕੀਤਾ ਸੀ, ਵੀ ਤੁਹਾਨੂੰ ਇੱਕ ਇਵੈਂਟ 'ਤੇ ਉਹ ਮਿਲ ਕੇ ਤੁਹਾਨੂੰ ਇੰਪਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਗੱਲ ਵਾਸਤੇ ਕਿ ਉਹਨਾਂ ਨਾਲ ਕੋਈ ਪ੍ਰੋਗਰਾਮ ਚਾਲੂ ਕੀਤਾ ਜਾਵੇ। ਉਹ ਕਹਿੰਦੇ ਵੀ ਕਿਸੇ ਨੇ ਲੌਬਿਸਟ ਵਜੋਂ ਰਜਿਸਟਰ ਕੀਤਾ ਜਾਂ ਨਹੀਂ ਕੀਤਾ, ਇਹ ਮੇਰਾ ਕੰਮ ਨਹੀਂ ਹੈ ਦੇਖਣਾ। ਯੈਸ, ਇਹ ਲੌਬਿਸਟ ਦਾ ਕੰਮ ਹੈ ਰਜਿਸਟਰ ਕਰਨਾ ਆਪਣੇ ਆਪ ਨੂੰ ਜੀ। ਤੇ ਜਿਹੜੀ ਉਹਨਾਂ ਨੇ ਕਿਹਾ ਕਿ 17 ਅਪ੍ਰੈਲ ਨੂੰ ਫੋਨ ਤੇ ਗੱਲ ਹੋਈ ਸੀ, ਉਹਦੇ ਵਿੱਚ ਕਹਿੰਦੇ ਕਿ ਇਸ ਪ੍ਰੋਗਰਾਮ ਬਾਰੇ ਕੋਈ ਗੱਲ ਨਹੀਂ ਹੋਈ, ਸਟੂਡੈਂਟ ਸਰਵਿਸਿਜ਼ ਗ੍ਰਾਂਟ ਪ੍ਰੋਗਰਾਮ ਬਾਰੇ ਗੱਲ ਨਹੀਂ ਹੋਈ। ਉਹ ਕੋਈ ਹੋਰ ਇੱਕ ਨਵਾਂ ਉਹਨਾਂ ਨੇ ਸੱਪ ਕੱਢਿਆ ਕਿ ਅਨਸੋਲਿਸਿਟਿਡ ਕੋਈ ਪ੍ਰਪੋਜ਼ਲ ਸੀਗਾ ਰਿਲੇਟਡ ਟੂ ਸਟੂਡੈਂਟਸ, ਜਿਹੜਾ ਕਿ ਵੀ ਚੈਰਿਟੀ ਵੱਲੋਂ ਪੇਸ਼ ਕੀਤਾ ਜਾ ਰਿਹਾ ਸੀ, ਉਹਦੇ ਬਾਰੇ ਕਹਿੰਦੇ ਗੱਲ ਹੋਈ। ਸੋ ਹਲੇ ਵੀ ਇਸ ਦੇ ਬਾਰੇ ਅੱਜ ਵੀ ਤੇ ਪੇਸ਼ੀਆਂ ਹੋਣੀਆਂ ਨੇ ਨਾ। ਅੱਜ ਕਾਰਲਾ ਕੋਲਟਰੋ ਤੇ ਜਿਹੜੇ ਸਮਾਲ ਬਿਜ਼ਨਸ ਮਿਨਿਸਟਰ ਨੇ ਮੈਰੀ ਯੈਂਗ, ਉਹਨਾਂ ਦੀ ਗੱਲਬਾਤ ਹੋਣੀ, ਉਹਨਾਂ ਦੀ ਪੇਸ਼ੀ ਪੈਣੀ ਹੈ। ਸੋ ਦੇਖਦੇ ਆ ਉਹਦੇ ਵਿੱਚੋਂ ਹੋਰ ਕੀ